सजी हुई साध संगत फतेह प्रवान करो। वाहिगुरु जी का खालसा वाहिगुरु जी की फतेह। गुरमुख प्यारिओ, आपां सारी संगत वडभागी हाँ जो कि धन धन सतगुरु गुरु ग्रंथ साहिब जी महाराज सतगुरां दी पावन पवित्र हजूरी अंदर पहुँच के सतगुरां दे दर्शन परस रहे हाँ ਅਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਜਿਹਦੇ ਬਾਰੇ ਆਪਾਂ ਨੂੰ ਹੁਕਮ ਕੀਤਾ ਗਿਆ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ। ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਦੁਆਰਾ ਆਪਣੇ ਜੀਵਨ ਨੂੰ ਸੁਚੱਜਾ ਬਣਾਉਣ ਦਾ ਯਤਨ ਕਰ ਰਹੇ। ਬਹੁਤ ਹੀ ਪਿਆਰ ਦੇ ਨਾਲ ਰਾਗੀ ਸਿੰਘਾਂ ਪਾਸੋਂ ਆਪਾਂ ਸਰਵਣ ਕਰ ਰਹੇ ਸੀ ਗੁਰਬਾਣੀ ਦਾ ਕੀਰਤਨ, ਜਿਹਦੇ ਅੰਦਰ ਸਤਿਗੁਰ ਦੇ ਦਰਸ਼ਨ ਦੀ ਮਹੱਤਤਾ ਦੱਸੀ ਜਾ ਰਹੀ ਸੀ। ਕਿਉਂਕਿ ਸਾਨੂੰ ਹੁਕਮ ਹੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਦੇ ਦਰਸ਼ਨ ਵੀ ਧਨ ਤੇ ਜਿਹੜੇ ਕਰਦੇ ਨੇ ਉਹ ਵੀ ਧਨਤਾ ਦੇ ਯੋਗ। ਸ਼ਬਦ ਆਪਾਂ ਸਰਵਣ ਕਰ ਰਹੇ ਸੀ। ਆਓ ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦਾ ਜਿਹੜਾ ਦਿਨ ਹੈ, ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ਵੀ ਸਾਰੀਆਂ ਸੰਗਤਾਂ ਨੂੰ ਲੱਖਾਂ ਵਾਰ ਵਧਾਈ ਹੋਵੇ। ਦੂਸਰਾ, 20ਵੀਂ ਸਦੀ ਦੇ ਮਹਾਨ ਯੋਧੇ ਨਿਧੜਕ ਜਰਨੈਲ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਵੀ ਅੱਜ ਜਨਮ ਦਿਨ ਮਨਾਏ ਜਾ ਰਹੇ ਹਨ। ਬੇਸ਼ੱਕ ਉਹਨਾਂ ਦਾ ਜੀਵਨ ਜਦੋਂ ਆਪਾਂ ਪੜ੍ਹਦੇ ਹਾਂ, ਸਕੂਲੀ ਜਿਹੜੀ ਉਹਨਾਂ ਦੀ ਵਿਦਿਆ ਉਹਦੇ ਅਨੁਸਾਰ ਜੂਨ ਦੇ ਅੰਦਰ ਦੱਸਿਆ ਗਿਆ 1947 ਚ, ਪਰ ਜ਼ਿਆਦਾਤਰ ਇਹ 12 ਫਰਵਰੀ ਨੂੰ ਮਨਾਇਆ ਜਾ ਰਿਹਾ। ਜਿਨ੍ਹਾਂ ਦੀ ਪਛਾਣ ਕਰਾਉਣ ਦੀ ਕੋਈ ਐਸਾ ਸਿੱਖ ਨਹੀਂ ਜਿਹੜਾ ਉਹਨਾਂ ਦੇ ਜੀਵਨ ਬਾਰੇ ਨਹੀਂ ਜਾਣਦਾ, ਕਿਉਂਕਿ ਕੋਈ ਵੀ ਜਗਿਆਸੂ, ਕੋਈ ਵੀ ਸਿੱਖ ਜਦੋਂ ਕਥਨੀ ਅਤੇ ਕਰਨੀ ਦੇ ਅੰਦਰ ਪੂਰਾ ਹੋ ਜੇ, ਉਹ ਫਿਰ ਆਪਣੇ ਜੀਵਨ ਦੇ ਅੰਦਰ ਐਸਾ ਸਾਨੂੰ ਰਸਤਾ ਦਿਖਾ ਜਾਂਦੇ ਨੇ ਜਿਨ੍ਹਾਂ ਤੋਂ ਬਹੁਤ ਲੰਬਾ ਸਮਾਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਮਾਰਗ ਦਰਸ਼ਨ ਕਰਦੀਆਂ ਰਹਿੰਦੀਆਂ ਆਪਣੇ ਜੀਵਨ ਦਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਜਨਮ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਹੋਇਆ। ਸਾਂਝ ਪਾ ਲਈਏ, ਚਾਰੇ ਸਾਹਿਬਜ਼ਾਦਿਆਂ ਚੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਹੋਇਆ। ਬਾਕੀ ਤਿੰਨੇ ਸਾਹਿਬਜ਼ਾਦਿਆਂ ਦਾ ਆਉਣਾ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਇਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਭੰਗਾਣੀ ਦਾ ਜੰਗ ਜਦੋਂ ਮਹਾਰਾਜ ਨੇ ਜਿੱਤਿਆ, ਉਹਦੇ ਆਏ, ਇਸੇ ਕਰਕੇ ਉਹਨਾਂ ਦਾ ਨਾਮ ਅਜੀਤ ਸਿੰਘ ਰੱਖਿਆ ਗਿਆ। ਚਮਕੌਰ ਦੀ ਗੜੀ ਦੇ ਅੰਦਰ ਉਹਨਾਂ ਨੇ ਆਪਣੇ ਬਚਨਾਂ ਦੀ ਪੂਰਤੀ ਕਰਤੀ ਕਿ ਨਾਮ ਕਾ ਅਜੀਤ ਹੂੰ, जीता नहीं जाऊंगा, जीता गया तो वापस नहीं आऊंगा। कहनी ते कथनी पगा दी, गुरु के फरजंद सी पगाउनी सी। दूसरे श्रीमान संत बाबा जरनैल सिंह जी खालसा भिंडरां वाले, उन्होंने भी एक वचन दरबार साहब सचखंड हरमंदर साहब विखे करिया सी कि जे किते लोड़ पैंदी है, समा इहो जिहा आउंदा, असी इस स्थान की राखी की सेवा करते हुए
ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿਆਂਗੇ। ਵਾਹਿਗੁਰੂ ਸਾਡੇ ਤੇ ਕਿਰਪਾ ਰੱਖਣ। ਉਹਨਾਂ ਨੇ ਵੀ ਆਪਣੀ ਕਥਨੀ ਤੇ ਕਰਨੀ ਨੂੰ ਇੱਕ ਕਰਕੇ ਵਿਖਾਇਆ। ਭਾਵੇਂ ਆਪਾਂ ਜੀਵਨ ਜਦੋਂ ਪੜ੍ਹਦੇ ਆ ਜਾਂ ਇਤਿਹਾਸ ਪੜ੍ਹਦੇ ਆ, ਬਹੁਤ ਸਾਰੇ ਲਾਲਚ ਦਿੱਤੇ ਗਏ ਬਈ ਜਿਹੜੇ ਮਰਜ਼ੀ ਦੇਸ਼ ਦੀ ਤੁਸੀਂ ਸਿਟੀਜ਼ਨਸ਼ਿਪ ਲੈ ਲਓ ਸਮੇਤ ਸਾਥੀਆਂ, ਹੋਰ ਬੜੇ ਸਾਰੇ ਆ ਦੁਨਿਆਵੀ ਮਾਇਆ ਦੇ ਦਿੱਤੇ ਗਏ ਲਾਲਚ, ਪਰ ਸਾਰਾ ਕੁਝ ਠੁਕਰਾ ਕੇ ਜੋ ਬਚਨ, ਕਿਉਂਕਿ ਗੁਰਬਾਣੀ ਦਾ ਜਿਹੜਾ ਸਾਨੂੰ ਗਿਆਨ ਆ ਉਹਦੇ ਤੇ ਪਹਿਰਾ ਦਵਾਇਆ ਮਹਾਰਾਜ ਨੇ ਇਹਨਾਂ ਤੋਂ। ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ। ਉਹਨਾਂ ਨੇ ਆਪਣੇ ਕੀਤੇ ਹੋਏ ਬਚਨਾਂ ਦੀ ਪੂਰਤੀ ਕਰ ਦਿੱਤੀ ਗਈ। ਇਹ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਕੋਈ ਵੀ ਪੜ੍ਹੀਏ, ਸਾਡੇ ਮਨਾਂ ਦੇ ਅੰਦਰ ਇੱਕ ਸਵਾਲ ਜ਼ਰੂਰ ਪੈਦਾ ਹੋਵੇਗਾ ਕਿ ਇਹ ਸ਼ਕਤੀ ਕਿਹੜੀ ਹੈ। ਇਹ ਕਾਰਨ ਕੀ ਬਣਦਾ ਕਿ ਕੋਈ ਇਨਸਾਨ ਆ ਦੁਨੀਆ ਦੇ ਲੋਭ ਤੋਂ ਉੱਪਰ ਉੱਠ ਖੜੇ, ਦੁਨੀਆ ਦੇ ਇਹ ਮੋਹ ਨੂੰ ਤਿਆਗ ਦੇਵੇ, ਪਰਿਵਾਰਾਂ ਦੇ ਮੋਹ ਨੂੰ ਤਿਆਗ ਦੇਣਾ, ਇੱਥੋਂ ਤੱਕ ਆਪਣੇ ਪ੍ਰਾਣਾਂ ਦਾ ਵੀ ਤਿਆਗ ਕਰ ਦੇਣਾ। ਇਹ ਹਿੱਸੇ ਕਿਵੇਂ ਆਉਂਦੀ ਹੈ ਗੱਲ? ਬੜੀ ਔਖੀ ਗੱਲ ਆ। ਹਰੇਕ ਦੇ ਹਿੱਸੇ ਨਹੀਂ ਆਉਂਦੀ, ਪਰ ਹਿੱਸੇ ਕਿਹਨਾਂ ਦੇ ਆਉਂਦੀ ਆ? ਜਿਨ੍ਹਾਂ ਨੇ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਿਆ, ਜੋ ਗੁਰੂ ਕਹਿੰਦਾ ਉਹਨੂੰ ਮੰਨ ਲਿਆ। ਫਿਰ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ 'ਚ ਸਾਨੂੰ ਇਹ ਗਿਆਨ ਦਿੱਤਾ ਗਿਆ ਕਿ ਸਮਾਂ ਇਹੋ ਜਿਹਾ ਵਾਹਿਗੁਰੂ ਉਹਨਾਂ ਤੇ ਲਿਆ ਲੈਂਦਾ, ਉਹ ਜਿਹੜੀਆਂ ਚੀਜ਼ਾਂ ਦੀ ਜਕੜ ਦੇ ਅੰਦਰ ਸਾਰਾ ਸੰਸਾਰ ਆਪਾਂ ਚੱਲ ਰਹੇ ਹਾਂ, ਜਿਹੜੀਆਂ ਚੀਜ਼ਾਂ ਦੀ, ਉਹ ਪੰਜ ਨੇ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ ਤੇ ਹੰਕਾਰ ਹੈ। ਜਿੰਨੇ ਦੁਨੀਆ ਦੇ ਝਗੜੇ ਨੇ, ਇਹਨਾਂ ਪੰਜਾਂ ਚੀਜ਼ਾਂ ਚੋਂ ਉਤਪੰਨ ਹੁੰਦੇ ਨੇ। ਕਹੋ ਕਬੀਰ ਪੰਚੋ ਕਾ ਝਗੜਾ। ਸਾਡੇ ਜੀਵਨ ਦੇ ਅੰਦਰ ਜਿੰਨਾ ਖਲਾਰਾ ਹੈ, ਜਿੰਨਾ ਸਾਡੀ ਸਿਆਣਪ ਨੂੰ ਖੋਰਾ ਲੱਗਦਾ, ਇਹ ਪੰਜਾਂ ਚੀਜ਼ਾਂ ਦਾ ਕਰਕੇ ਲੱਗਦਾ। ਸਾਤੋਂ ਸਾਡੇ ਜੀਵਨ ਦੇ ਅੰਦਰ ਜਿੰਨੇ ਵੀ ਮੰਦ ਕਰਮ ਹੁੰਦੇ ਨੇ, ਉਹ ਇਹਨਾਂ ਪੰਜਾਂ ਚੀਜ਼ਾਂ ਦਾ ਕਰਕੇ ਹੁੰਦੇ ਨੇ। ਫਿਰ ਜਿਹੜੇ ਐਸੇ ਸੰਤ ਮਹਾਪੁਰਸ਼, ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਦੇ ਨੇ। ਕਾਹਦੇ ਨਾਲ? ਉਹ ਉੱਠਦੇ ਨੇ ਫਿਰ ਗੁਰਬਾਣੀ ਦੀ ਗਿਆਨ ਲੈ ਕੇ ਪ੍ਰਮਾਤਮਾ ਦੀ ਬੰਦਗੀ ਦੇ ਨਾਲ। ਕਿਉਂਕਿ ਇਹਨਾਂ ਚੀਜ਼ਾਂ ਦੀ ਕੁਝ ਪਕੜ ਆ ਕਿਸੇ ਹੱਦ ਤੱਕ। ਜਦੋਂ ਸਾਡਾ ਮਨ ਇਹਨਾਂ ਚੀਜ਼ਾਂ ਦੀ ਪਕੜ ਤੋਂ ਉੱਪਰ ਉੱਠ ਖੜਦਾ, ਉਦੋਂ ਜਿੰਨਾ ਵੀ ਆ ਦ੍ਰਿਸ਼ਟਮਾਨ ਸੰਸਾਰ ਹੈ, ਇਹ ਇਨਸਾਨ ਨੂੰ ਝੂਠਾ ਲੱਗਣਾ ਸ਼ੁਰੂ ਹੋ ਜਾਂਦਾ। ਇਹ ਇਨਸਾਨ ਨੂੰ ਇੱਕ ਸੁਪਨਾ ਲੱਗਣਾ ਸ਼ੁਰੂ ਹੋ ਜਾਂਦਾ। ਇੱਥੋਂ ਤੱਕ ਆ ਜਿਹੜਾ ਸਾਡਾ ਪੰਜ ਭੌਤਿਕ ਸਰੀਰ ਹੈ, ਜਿਹੜਾ ਇਨਸਾਨ ਨੇ ਮਰਨ ਸਮੇਂ ਸਭ ਨੇ ਛੱਡਣਾ, ਜਿਹਨੂੰ ਛੱਡਣ ਨੂੰ ਦਿਲ ਵੀ ਨਹੀਂ ਕਰਦਾ, ਉਹ ਫਿਰ ਇੱਥੋਂ ਤੱਕ ਪਹੁੰਚ ਜਾਂਦੇ ਨੇ ਕਿ ਇਹ ਤਾਂ ਇੰਨੀ ਕੀ ਗੱਲ ਆ, ਜਿਵੇਂ ਆ ਤਨ ਤੋਂ ਆਪਾਂ ਕੱਪੜਾ ਉਤਾਰਤਾ ਤੇ ਆਪਣੇ ਮਨ ਤੋਂ ਕਾਇਆ ਦਾ ਕੱਪੜਾ ਉਤਾਰ ਦੇਣਾ। ਨਹੀਂ ਕਿਤੇ ਆਪਾਂ ਆਪਣੇ ਜੀਵਨ ਵੱਲ ਝਾਤੀ ਮਾਰ ਕੇ ਵੇਖੋ ਜੀ, ਛੱਡਿਆ ਜਾਂਦਾ ਕੁਝ ਆਪਾਂ ਤੋਂ। ਕਾਮ ਸਾਨੂੰ ਤੰਗ ਕਰਦਾ, ਕ੍ਰੋਧ ਦੇ ਅਸੀਂ ਵਸਾਂ, ਲੋਭ ਰੂਪੀ ਕੁੱਤਾ ਸਾਨੂੰ ਚੁੰਬੜਿਆ ਹੋਇਆ, ਮੋਹ ਦੀ ਫਾਹੀ ਸਾਡੇ ਗਲਾਂ 'ਚ ਪਈ ਹੋਈ ਆ। ਜੇ ਥੋੜੇ ਬਹੁਤੇ ਕੋਈ ਗੁਣ ਵੀ ਆਉਂਦੇ ਨੇ ਤਾਂ ਹੰਕਾਰ ਦੇ ਡੇਰੇ 'ਚ ਅਸੀਂ ਆ ਜਾਂਦੇ ਹਾਂ, ਜਿੱਥੇ ਜਾ ਕੇ ਸਾਡੇ ਸਾਰੇ ਹੀ ਗੁਣਾਂ ਦਾ ਖਾਤਮਾ ਦੱਸ ਰਹੀ ਆ ਗੁਰਬਾਣੀ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਹੀਂ ਪਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਉਹਨਾਂ ਮਹਾਪੁਰਸ਼ਾਂ ਨੇ ਗੁਰਬਾਣੀ ਦੀ ਸਿੱਖਿਆ ਲਈ ਦਮਦਮੀ ਟਕਸਾਲ ਤੋਂ ਬਚਨਾਂ ਨੂੰ ਕਮਾਇਆ।
ਇਸ ਗੱਲ ਦੀ ਉਦਾਹਰਨ ਉਸੇ ਦਿਨ ਹੀ ਉਹਨਾਂ ਨੇ ਦੇ ਦਿੱਤੀ ਸੀ ਜਿਹੜੇ ਦਿਨ ਉਹਨਾਂ ਨੂੰ ਸੰਤ ਕਰਤਾਰ ਸਿੰਘ ਤੋਂ ਬਾਅਦ ਪਗੜੀ ਦਿੱਤੀ ਗਈ ਜ਼ਿੰਮੇਵਾਰੀ ਦੀ। ਉੱਥੇ ਮੌਕੇ ਦਾ ਇੱਕ ਮੁੱਖ ਮੰਤਰੀ ਬੈਠਾ ਸੀ, ਉਹਨੇ ਆਪਦੇ ਭਾਸ਼ਣ ਦੁਆਰਾ ਜੋ ਮੰਤਰੀ ਲੋਕਾਂ ਦਾ, ਰਾਜੇ ਲੋਕਾਂ ਦਾ ਹੁੰਦੀ ਹੈ ਗੱਲ, ਬੇਨਤੀ ਕੀਤੀ ਕਿ ਇਸ ਟਕਸਾਲ ਨੂੰ ਜੋ ਚੀਜ਼ ਚਾਹੀਦੀ ਆ ਸਰਕਾਰ ਵੱਲੋਂ ਸਾਤੋਂ ਮੰਗ ਲਓ, ਅੱਜ ਅਸੀਂ ਦੇ ਦਿਆਂਗੇ। ਪਰ ਜਦੋਂ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਬੋਲੇ, ਇਹਨਾਂ ਨੇ ਪਤਾ ਕੀ ਕਿਹਾ? ਕਹਿੰਦੇ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ, ਸਾਨੂੰ ਤੁਹਾਤੋਂ ਕੁਝ ਨਹੀਂ ਚਾਹੀਦਾ। ਤੁਸੀਂ ਆਏ ਹੋ ਗੁਰੂ ਨਾਨਕ ਦੇ ਦਰ ਤੇ, ਜੇ ਸੋਨੂੰ ਕੁਝ ਚਾਹੀਦਾ ਤਾਂ ਮੰਗ ਲਓ, ਅਸੀਂ ਤੁਹਾਨੂੰ ਦੇ ਦਿਆਂਗੇ। ਸ਼ਬਦ ਕਿਤੇ ਛੋਟੇ ਨਹੀਂ ਸੀ। ਜਦੋਂ ਆਪਾਂ ਅੱਜ ਦੀ ਦੁਨੀਆ ਵੱਲ ਝਾਤੀ ਮਾਰਾਂਗੇ ਤਾਂ ਬਹੁਤ ਵੱਡੀ ਗੱਲ ਸਾਡੇ ਸਾਹਮਣੇ ਆਊਗੀ। ਕਹਿਣ ਤੋਂ ਭਾਵ ਇਹ ਗੱਲਾਂ ਸੰਸਾਰ ਦੇ ਅੰਦਰ ਕਦੋਂ ਆਉਂਦੀਆਂ, ਕਿਵੇਂ ਆਉਣ? ਉਹ ਫਿਰ ਸਾਰਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਨੂੰ ਵਾਰ-ਵਾਰ ਇਹੋ ਹੀ ਗੱਲ ਸਮਝਾ ਰਿਹਾ ਕਿ ਭਾਈ ਆ ਜੋ ਤੁਸੀਂ ਵੇਖ ਰਹੇ ਹੋ, ਜਿਹਦੇ ਨਾਲ ਤੁਹਾਡਾ ਮੋਹ ਹੈ, ਜਿਹਨੂੰ ਵੇਖ ਕੇ ਤੁਸੀਂ ਇੰਨੇ ਗਰਸ ਗਏ, ਇਹ ਸੰਸਾਰ ਚੋਂ ਨਿਕਲ ਹੀ ਨਹੀਂ ਰਹੇ। ਨਾ ਜਿੰਨਾ ਚਿਰ ਜਿਉਂਦੇ ਹੋ ਉਨਾ ਚਿਰ ਤੁਹਾਡਾ ਧਿਆਨ ਇਸ ਸੰਸਾਰ ਚੋਂ ਨਿਕਲਦਾ। ਜਦੋਂ ਇਸ ਜਨਮ ਦੀ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਤੁਹਾਡੀ ਪੂਰੀ ਹੁੰਦੀ ਆ, ਇਹੀ ਸੰਸਾਰ ਦਾ ਮੋਹ ਤੁਹਾਨੂੰ ਬਾਰ-ਬਾਰ ਇਸੇ ਸੰਸਾਰ ਦੇ ਅੰਦਰ ਹੀ ਫੇਰ ਲੈ ਆਉਂਦਾ। ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਾਂ ਮੰਨਦੇ ਹਾਂ ਤਾਂ ਇਸ ਗੱਲ ਤੋਂ ਅਨਾਕਾਨੀ ਕੀਤੀ ਨਹੀਂ ਜਾਵੇਗੀ ਕਿ ਜਨਮ ਮਰਨ ਦਾ ਚੱਕਰ ਹੈ। ਜੇ ਕੋਈ ਨਹੀਂ ਮੰਨਦਾ ਉਹਦੀ ਆਪਦੀ ਇੱਛਾ, ਜਿਹੜੇ ਮੰਨਣ ਵਾਲੇ ਆ ਉਹਨਾਂ ਦੀ ਗੱਲ। ਕਿਉਂਕਿ ਸਤਿਗੁਰ ਦੀ ਪਾਵਨ ਬਾਣੀ ਦੇ ਬਚਨ ਨੇ ਕਿ ਇਹੋ ਜਿਹੇ ਸਰੀਰ ਜਿਹਦੇ 'ਚ ਆਪਾਂ ਹੁਣ ਆਏ ਹੋਏ ਆ, ਪਹਿਲਾਂ ਪਤਾ ਨਹੀਂ ਕਿੰਨੇ ਕੁ ਵਾਰ ਧਾਰਨ ਕਰ ਚੁੱਕੇ ਆ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਪਰ ਬ੍ਰਿਖ ਜੋਇਓ। ਚਰੰਕਾਰ ਇਹ ਦੇ ਸੰਜਰੀਆ ਮਿਲ ਜਗਦੀਸ਼ ਮਿਲਨ ਕੀ ਬਰੀ। ਜਦੋਂ ਇਸ ਗੱਲ ਦਾ ਸਾਨੂੰ ਭੇਦ ਆਉਂਦਾ, ਫਿਰ ਸਾਡੇ ਮਨ ਦੇ ਅੰਦਰ ਇੱਕ ਡਰ ਪੈਦਾ ਹੁੰਦਾ, ਇੱਕ ਤੜਫ ਪੈਦਾ ਹੁੰਦੀ ਹੈ ਕਿ ਵਾਹਿਗੁਰੂ ਜੀ ਕਿਰਪਾ ਕਰੋ। ਜਦੋਂ ਅਸੀਂ ਤੁਹਾਡੀ ਗੁਰਬਾਣੀ ਪੜ੍ਹਦੇ ਸੁਣਦੇ ਵਿਚਾਰਦੇ ਹਾਂ ਤਾਂ ਜਿਹੜੀ ਆ ਜੂਨ ਸਾਨੂੰ ਮਿਲੀ ਇਹਨੂੰ 84 ਲੱਖ ਜੂਨ ਦੀ ਉੱਤਮ ਕਿਹਾ ਜਾਂਦਾ। ਲੱਖ 84 ਜੂਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ, ਭਲੇਖਾ ਨਹੀਂ ਹੈ ਕੋਈ ਦੁੱਖ ਪਾਏਂਦਾ। ਛਟਕਾਰਾ ਕਰਾ ਦਿਓ। ਫਿਰ ਮਹਾਰਾਜ ਪਤਾ ਤੁਹਾਨੂੰ ਕੀ ਕਹਿੰਦੇ? ਛਟਕਾਰਾ ਤੇਰਾ ਹੋਇਆ ਹੀ ਆ, ਬੜਾ ਸੌਖਾ ਹੋ ਜਾਊਗਾ। ਬਸ ਇੱਕ ਕੰਮ ਕਰ, ਆ ਆਕਾਰ ਨਾਲੋਂ ਪਿਆਰ ਹਟਾ ਕੇ ਆਪਦੇ ਮੂਲ ਨਿਰਾਕਾਰ ਪਰਮਾਤਮਾ ਨਾਲ ਪਿਆਰ ਪਾ ਲੈ। ਧਿਆਨ ਚ ਰਹੀਏ। ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਤੂੰ ਆ ਸੰਸਾਰ ਜੋ ਦ੍ਰਿਸ਼ਟਮਾਨ ਤੈਨੂੰ ਦਿਸ ਰਿਹਾ, ਇਹਦੇ ਨਾਲੋਂ ਮੋਹ ਤੋੜ ਕੇ ਜੋ ਸਦੀਵੀ ਨਿਰੰਕਾਰ ਹੈ, ਜਿਹੜਾ ਤੇਰਾ ਮੂਲ ਹੈ, ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਉਹਦੇ ਨਾਲ ਪਿਆਰ ਪਾ। ਬਸ ਆਹ ਗੱਲ ਸਮਝਣ ਦੀ ਲੋੜ ਆਪਾਂ ਨੂੰ। ਹੁਣ ਪੈਂਦਾ ਨਹੀਂ ਜੀ ਪਿਆਰ। ਸਾਡਾ ਪਿਆਰ ਤਾਂ ਆਕਾਰਾਂ ਦੇ ਨਾਲ ਇੰਨਾ ਪੈ ਚੁੱਕਿਆ, ਜਦੋਂ ਨੀਂਦ ਆਉਂਦੀ ਆ ਉਦੋਂ ਹੀ ਆਕਾਰਾਂ ਨਾਲੋਂ ਟੁੱਟਦੇ ਆ, ਨਹੀਂ ਆਕਾਰਾਂ ਦੇ ਨਾਲ ਹੀ ਜੁੜੇ ਰਹਿੰਦੇ ਆ ਜਿੰਨਾ ਚਿਰ ਜਾਗਦੇ ਆ। ਜਿੰਨਾ ਚਿਰ ਜਾਗਦੇ ਆ ਆਕਾਰਾਂ ਦੇ ਨਾਲ ਜੁੜੇ ਰਹਿੰਦੇ ਆ। ਇਹੀ ਆਕਾਰਾਂ ਦਾ ਮੋਹ ਸਾਡੇ ਲਈ ਜਨਮ ਮਰਨ ਦਾ ਚੱਕਰ ਬਣਦਾ। ਰੋਜ਼ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਸਾਨੂੰ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਕਰਮੀ ਆਵੇ ਕੱਪੜਾ। ਉੱਥੇ ਆਹ ਕੱਪੜੇ ਦੀ ਗੱਲ ਨਹੀਂ ਜੀ ਕੀਤੀ ਗਈ ਜਿਹੜਾ ਸਾਡੇ ਤਨ ਤੇ ਪਾਇਆ।
ਆ ਕਾਇਆ ਦੇ ਕੱਪੜ ਦੀ ਗੱਲ ਕੀਤੀ ਹੈ ਜਿਹੜਾ ਸਾਡੇ ਮਨ ਤੇ ਚੜਾਇਆ ਹੋਇਆ। ਮਹਾਰਾਜ ਕਹਿੰਦੇ ਜਿਹੋ ਜੇ ਤੇਰੇ ਕਰਮ ਨੇ, ਜਿਹੋ ਜਿਹਾ ਤੇਰਾ ਮੋਹ ਆ, ਇਹ ਤੇਰੇ ਕਰਮਾਂ ਦੇ ਹਿਸਾਬ ਦੇ ਨਾਲ ਭਰਾਵਾ ਤੇਰੇ ਤੇ ਕੱਪੜਾ ਫੇਰ ਪੈ ਜਾਣਾ। ਕਰਮੀ ਆਵੇ ਕੱਪੜਾ। ਜੇ ਤੂੰ ਮਾਲਕ ਦੀ ਨਜ਼ਰ ਦਾ ਪਾਤਰ ਬਣ ਗਿਆ ਤਾਂ ਨਦਰੀ ਮੋਖ ਦੁਆਰ। ਕਿਸੇ ਵੀ ਕਾਰ ਨਾਲ ਪਿਆਰ ਅਸੀਂ ਪਾ ਲਓ, ਉਹ ਕੱਪੜਾ ਮਿਲ ਜੂਗਾ ਸਾਨੂੰ, ਜਿਹੋ ਜਿਹੇ ਕਰਮ ਨੇ। ਜੇ ਅਸੀਂ ਚਾਹੁੰਦੇ ਆ ਕਿ ਸਾਡਾ ਆ ਕੱਪੜਾ ਇੱਕ ਵਾਰੀ ਲੈਣ ਤੋਂ ਬਾਅਦ ਨਾ ਦੁਬਾਰੇ ਕੱਪੜਾ ਲੈਣਾ ਪਵੇ, ਤਾਂ ਮਹਾਰਾਜ ਕਹਿੰਦੇ ਫਿਰ ਨਿਰੰਕਾਰ ਨਾਲ ਪਿਆਰ ਪਾ, ਜਿੱਥੋਂ ਧਰਮ ਦਾ ਰਸਤਾ ਸ਼ੁਰੂ ਹੁੰਦਾ। ਹੁਣ ਜੇ ਧਰਮ ਦੇ ਰਸਤੇ ਚੱਲ ਕੇ ਵੀ ਸਾਡਾ ਨਿਰੰਕਾਰ ਅਕਾਲ ਪੁਰਖ ਨਾਲ ਪਿਆਰ ਨਹੀਂ, ਤਾਂ ਸਮਝੋ ਅਸੀਂ ਅਜੇ ਭਗਵਾਨ ਦੇ ਭੇਦ ਨੂੰ ਜਾਣਿਆ ਨਹੀਂ। ਕਲਗੀਧਰ ਪਾਤਸ਼ਾਹ ਦੇ ਵਚਨ ਰੋਜ਼ ਪੜ੍ਹਦੇ ਆਪਾਂ। ਕੋ ਬਤਾਨ ਕੋ ਪੂਜਤ ਹੈ ਬਸ, ਕੋ ਮਰਤਾਨ ਕੋ ਪੂਜਨ ਧਾਇਓ, ਕੋਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਹੁਣ ਭਗਵਾਨ ਦਾ ਭੇਦ ਕਿੱਥੇ ਮਿਲੇ ਜੀ? ਉਹ ਗੁਰੂ ਦੀ ਸ਼ਰਨ ਚ ਆ ਕੇ ਸੰਗਤ ਚੋਂ ਫਿਰ ਆਪਾਂ ਨੂੰ ਸੋਝੀ ਆਉਂਦੀ। ਜਦੋਂ ਫਿਰ ਆਪਾਂ ਪੁੱਛਦੇ ਹਾਂ ਮਹਾਰਾਜ ਸਾਨੂੰ ਕਿਰਪਾ ਕਰਕੇ ਸਾਡੀ ਪਛਾਣ ਦੱਸ ਦਿਓ, ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਇਹ ਗਿਆਨ ਦਿੱਤਾ ਜਾਂਦਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਹਰ ਰੰਗ ਮਾਣ। ਮੂਲ ਪਛਾਣੋ ਤਾ ਸੋ ਜਾਣੋ, ਮਰਨ ਜੀਵਨ ਕੀ ਸੋਝੀ ਹੋਈ। ਗੁਰ ਪ੍ਰਸਾਦੀ ਏਕੋ ਜਾਣੇ ਦੂਜਾ ਭਾਵਨਾ ਹੋਈ। ਫਿਰ ਆਪਾਂ ਇਸ ਗੱਲਾਂ ਦਾ ਗਿਆਨ ਲੈਣਾ ਹੁੰਦਾ ਗੁਰੂ ਦੇ ਚਰਨਾਂ ਚ ਆ ਕੇ। ਇੱਥੇ ਫਿਰ ਗੁਰੂ ਨਾਨਕ ਦੇ ਘਰ ਨੇ ਸ਼ੁਰੂਆਤ ਕਿੱਥੋਂ ਕੀਤੀ? ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਇੱਕ ਤੋਂ ਸ਼ੁਰੂ ਹੁੰਦੀ ਹੈ ਜੀ, ਇੱਕ ਤੋਂ ਸ਼ੁਰੂ ਹੁੰਦੀ ਆ। ਤੇ ਇਹ ਵੀ ਗਿਆਨ ਦੇਤਾ ਮਹਾਰਾਜ ਨੇ ਕਿ ਜਿੰਨਾ ਆ ਵੇਖ ਰਹੇ ਹੋ ਸੰਸਾਰ ਦਾ ਪਸਾਰਾ ਉਸੇ ਇੱਕ ਦੇ ਵਿੱਚੋਂ ਹੀ ਸ਼ੁਰੂ ਹੋਇਆ। ਉਹਦਾ ਇੱਕ ਖੇਲ ਚੱਲ ਰਿਹਾ, ਇਸ ਖੇਲ ਨੂੰ ਉਹ ਆਪ ਵੇਖ ਰਿਹਾ। ਆਪਨ ਖੇਲ ਆਪ ਕਰ ਦੇਖੈ, ਆਪਨ ਖੇਲ ਆਪ ਕਰ ਵੇਖੈ, ਖੇਲ ਸੰਕੋਚੈ ਤੋ ਨਾਨਕ ਇੱਕ ਹੈ। ਜੇ ਕੱਲ ਨੂੰ ਉਹਨੇ ਸੰਸਾਰ ਦਾ ਖੇਡ ਸਮਾਪਤ ਕਰਤਾ ਤੇ ਕੱਲਾ ਹੀ ਇੱਥੇ ਆਪ ਰਹਿ ਜੂਗਾ। ਏਕ ਰੂਪ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ, ਖੇਲਣ ਅੰਤ ਕੋ ਫਿਰ ਏਕ। ਹੁਣ ਜੇ ਉਸ ਇੱਕ ਦੀ ਸਾਨੂੰ ਸੰਗਤ ਚ ਆ ਕੇ ਗੁਰੂ ਦੇ ਗਿਆਨ ਦੁਆਰਾ ਸੋਝੀ ਆ ਜਾਂਦੀ ਹੈ, ਫਿਰ ਅਸੀਂ ਕਿਹਦੇ ਨਾਲ ਜੁੜਾਂਗੇ ਜੀ? ਇੱਕ ਦੇ ਨਾਲ। ਫਿਰ ਅਸੀਂ ਪੁੱਛਾਂਗੇ ਮਹਾਰਾਜ ਜਿਹੜੇ ਇੱਕ ਦੀ ਤੁਸੀਂ ਗੱਲ ਕਰਦੇ ਹੋ ਉਹਦੀ ਸਾਨੂੰ ਪਛਾਣ ਕਰਾ ਦਿਓ। ਮਹਾਰਾਜ ਫਿਰ ਬੜੇ ਸੌਖੇ ਤਰੀਕੇ ਨਾਲ ਕਰਾਉਂਦੇ ਆ। ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ, ਤਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਭਾਈ ਜਿਹੜਾ ਤੁਹਾਡਾ ਮੂਲ ਆ ਉਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਜੰਮਦਾ ਨਹੀਂ, ਮਰਦਾ ਨਹੀਂ, ਤ੍ਰੈ ਗੁਣਾ ਤੋਂ ਭਿੰਨ। ਕਿਹਨੂੰ ਸੋਝੀ ਆਊਗੀ? ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਹਦੇ ਤੇ ਉਹਦੀ ਪ੍ਰਸੰਨਤਾ ਹੋਗੀ ਉਹਨੂੰ ਇੱਕ ਦੀ ਸੋਝੀ ਆਜੂ, ਨਹੀਂ ਤਾਂ ਸਾਰੀ ਸਾਰੀ ਉਮਰ ਲੰਘ ਜਾਂਦੀ ਹੈ ਜੀਵਾਂ ਦੀ ਧਰਮ ਦੇ ਕਰਮ ਕਰਦਿਆਂ ਦੀ, ਪਰ ਮਾਲਕ ਦੀ ਪ੍ਰਸੰਨਤਾ ਤੋਂ ਦੂਰ ਚਲਿਆ ਜਾਂਦਾ ਜੀਵ। ਕਿਹੜਾ? ਜਿਹਨੂੰ ਭੇਦ ਹੀ ਨਹੀਂ ਆਉਂਦਾ ਕਿ ਮਾਲਕ ਇੱਕੋ ਹੀ ਆ, ਉਹਦੇ ਚ ਅਸੀਂ ਅਭੇਦ ਕਿਵੇਂ ਹੋਣਾ? ਇਹੀ ਭੇਦ ਲੈਣ ਵਾਸਤੇ ਗੁਰੂ ਨਾਨਕ ਦੇ ਘਰ ਨੇ ਗੁਰਬਾਣੀ ਅੰਦਰ ਸਾਨੂੰ ਗਿਆਨ ਦਿੱਤਾ ਕਿ ਪਹਿਲਾਂ ਤਾਂ ਪਛਾਣ ਕਰੋ ਜਿਹਦੀ ਤੁਸੀਂ ਅੰਸ਼ੋਂ ਅਵਨਾਸੀ ਆ, ਚੱਕਰ ਨਹੀਂ, ਚਿਹਨ ਨਹੀਂ, ਜਾਤ ਨਹੀਂ, ਪਾਤ ਨਹੀਂ, ਜੰਮਦਾ ਨਹੀਂ, ਮਰਦਾ ਨਹੀਂ। ਉਹ ਹੈ ਕੀ ਫਿਰ? ਮਹਾਰਾਜ ਕਹਿੰਦੇ ਸੋਤੇ ਸਿੱਧ ਪ੍ਰਕਾਸ਼ ਰੂਪ ਹੈ, ਅਜੂਨੀ ਸਹਿ ਭੰਮ। ਜਿਹਨੂੰ ਕੋਈ ਵੀ ਪੈਦਾ ਕਰਨ ਵਾਲਾ ਨਹੀਂ ਤੇ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਦੀ ਅੰਸ਼ੋਂ ਮਹਾਰਾਜ ਕਹਿੰਦੇ ਤੁਸੀਂ ਸਾਰਿਆਂ ਦੇ ਅੰਦਰ
ਉਹਦੀ ਜੋਤ ਵਰਤ ਰਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ, ਕੋ ਸਾਖੀ ਜੋਤ ਪ੍ਰਗਟ ਹੋਏ। ਇੱਥੋਂ ਬਸ ਆਪਣੇ ਜੀਵਨ ਦੀ ਕਹਾਣੀ ਸ਼ੁਰੂ ਹੁੰਦੀ ਆ, ਜਿਹੜਾ ਧਰਮ ਦਾ ਪੱਖ ਆ ਕਿ ਕਿਵੇਂ ਅਸੀਂ ਆਪਣੇ ਉਸ ਮੂਲ ਦੇ ਅੰਦਰ ਅਭੇਦ ਹੋ ਕੇ ਉਸ ਮਾਲਿਕ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਹੁਣ ਜਦੋਂ ਫਿਰ ਧਰਮ ਦਾ ਰਸਤਾ ਸ਼ੁਰੂ ਹੁੰਦਾ, ਅੜਿੱਕਾ ਕੀ ਬਣਦਾ ਜੀ? ਸਾਰਿਆਂ ਤੋਂ ਵੱਡਾ ਤਾਂ ਅੜਿੱਕਾ ਸਾਡੇ ਜੀਵਨ ਚ ਆਉਂਦੀ ਆ ਸਾਡੀ ਹਉਮੈ, ਜਿਹੜੀ ਕਈ ਵਾਰ ਬਹੁਤ ਸਾਰੇ ਧਰਮ ਦੇ ਕਰਮ ਕਰਨ ਤੋਂ ਬਾਅਦ ਵੀ ਸਾਡਾ ਕਿਹੜਾ ਨਹੀਂ ਛੁੱਟਦਾ। ਹਉਮੈ ਇੱਕ ਐਸੀ ਕੰਧ ਦੱਸਤੀ ਭਾਈ ਗੁਰਦਾਸ ਜੀ ਨੇ, ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਹੀ ਇੱਕ ਕੰਧ ਮਹਾਰਾਜ ਕਹਿੰਦੇ ਜੀਵ ਰੂਪੀ ਇਸਤਰੀ ਤੇ ਪਤੀ ਪਰਮਾਤਮਾ ਦੇ ਮਿਲਾਪ ਚ ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਫਿਰ ਅੱਗੇ ਸ਼ੁਰੂ ਹੁੰਦੀ ਹੈ ਗੱਲ ਜਿਹੜੀ ਥੋੜੀ ਜੀ ਗਹਿਰਾਈ ਵਾਲੀ ਹੈ ਕਿ ਸਾਡਾ ਜੀ ਨਿਰੰਕਾਰ ਪਰਮਾਤਮਾ ਦੇ ਨਾਲ ਸੁਰਤੀ, ਸਾਡਾ ਧਿਆਨ ਜੁੜੇ ਕਿਵੇਂ, ਜਿਹੜੀ ਸਾਰਿਆਂ ਨੂੰ ਮੁਸ਼ਕਲ ਗੱਲ ਹੈ। ਕਿਵੇਂ ਜੁੜੇ? ਦਿਲ ਹਰੇਕ ਦਾ ਕਰਦਾ, ਹਰੇਕ ਚਾਹੁੰਦਾ ਮੈਂ ਸੁਖੀ ਹੋ ਜਾ, ਆਪਦੇ ਮਾਲਕ ਦੇ ਨਾਲ ਮੇਰਾ ਮਿਲਾਪ ਹੋ ਜੇ, ਉਹਦੀ ਮੈਂ ਨਜ਼ਰ ਦਾ ਪਾਤਰ ਬਣ ਜਾ। ਪਰ ਆ ਮੁਸ਼ਕਲ ਹਰੇਕ ਦੇ ਸਾਹਮਣੇ ਆਉਂਦੀ ਆ ਕਿ ਸਾਡੇ ਧਿਆਨ ਦੀ ਇਕਾਗਰਤਾ ਕਿਵੇਂ ਬਣਦੀ, ਕਿਉਂਕਿ ਜਿੰਨਾ ਚਿਰ ਸਾਡੇ ਮਨ ਦੀ ਇਕਾਗਰਤਾ ਨਹੀਂ ਬਣਦੀ, ਉਨਾ ਚਿਰ ਅਸੀਂ ਆਪਦੇ ਮਾਲਕ ਦੇ ਨੇੜੇ ਜਾ ਸਕਦੇ ਨਹੀਂ। ਉਹਨੂੰ ਅਗੋਚਰ ਕਹਿੰਦੇ ਨੇ, ਜਿਹੜਾ ਆ ਗਿਆਨ ਤੇ ਕਰਮ ਇੰਦਰੀਆਂ ਤੋਂ ਪਰੇ ਦੀ ਗੱਲ ਹੈ। ਹੁਣ ਜਿੰਨਾ ਚਿਰ ਗੁਰਮੁਖ ਪਿਆਰਿਓ ਸਾਡਾ ਮਨ ਇਹਨਾਂ ਗਿਆਨ ਤੇ ਕਰਮ ਇੰਦਰੀਆਂ ਦੇ ਵਿੱਚ ਰਹੂਗਾ, ਅਸੀਂ ਉਸ ਅਗੋਚਰ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਾਂਗੇ। ਇੰਨਾ ਕੁ ਗਿਆਨ ਆਮ ਜੀਵ ਨੂੰ ਅੱਜ ਹੈ। ਹੁਣ ਅੱਗੇ ਆਉਂਦੀ ਹੈ ਗੱਲ ਕਿ ਅਸੀਂ ਫਿਰ ਆਪਦੇ ਮਨ ਨੂੰ, ਆਪਦੇ ਧਿਆਨ ਨੂੰ, ਆਪਦੀ ਸੁਰਤੀ ਨੂੰ ਇਹ ਭਵ ਸਾਗਰ ਚੋਂ ਕਿਵੇਂ ਪਾਰ ਕਰੀਏ, ਜਿਹੜਾ ਵਿਚਾਰਾਂ ਦਾ ਭਵ ਸਾਗਰ। ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਜਿਹੜਾ ਆਪਣਾ ਸਾਰਿਆਂ ਦਾ ਸਵਾਲ ਹੈ ਜੀ, ਇੱਕ ਬੇਨਤੀ ਕਿ ਭਵ ਸਾਗਰ ਆਪਾਂ ਇਹ ਨਹੀਂ ਸਮਝ ਲੈਣਾ ਕਿ ਕੋਈ ਪਾਣੀ ਦਾ ਬਣਿਆ ਬਹੁਤ ਵੱਡਾ ਸਮੁੰਦਰ ਹੋਵੇਗਾ। ਉਹ ਤਾਂ ਲੋਕ ਤਰ ਰਹੇ ਨੇ, ਹੁਣ ਸਾਧਨ ਬਣ ਗਏ। ਭਵ ਸਾਗਰ ਕੀ ਆ? ਸਾਡੇ ਵਿਚਾਰਾਂ ਦਾ ਭਵ ਸਾਗਰ, ਜਿਹਦੇ 'ਚ ਹਮੇਸ਼ਾ ਸਾਡੀ ਸੁਰਤੀ ਡੁੱਬ ਰਹੀ ਆ। ਉਹ ਕਈ ਵਾਰ ਮਾਫ ਕਰਨਾ, ਕੋਈ ਗੁੱਸਾ ਨਾ ਕਰ ਜਿਓ, ਜੇ ਬਾਣੀ ਪੜ੍ਹਨ ਦਾ ਵੀ ਪੂਰਨ ਤੌਰ ਤੇ ਢੰਗ ਨਹੀਂ, ਬਾਣੀ ਪੜ੍ਹਦਿਆਂ ਦੀ ਵੀ ਡੁੱਬੀ ਰਹਿੰਦੀ ਹੈ ਜਦੋਂ ਸਾਡੇ ਵਿਚਾਰ ਚੱਲ ਰਹੇ ਹੁੰਦੇ ਨੇ। ਚਾਹੇ ਉਹ ਸਤੋਗੁਣੀ ਵਿਚਾਰ ਚੱਲਦੇ ਆ, ਚਾਹੇ ਤਮੋਗੁਣੀ ਚੱਲਦੇ ਆ, ਚਾਹੇ ਰਜੋਗੁਣੀ ਚੱਲਦੇ ਆ। ਸਤਿਗੁਰ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠਿਆਂ ਤੇ ਜੇ ਇਹਨਾਂ ਦਾ ਪ੍ਰਭਾਵ ਸਾਡੇ ਤੇ ਪੈ ਗਿਆ, ਇੱਥੇ ਵੀ ਸੱਟ ਲੈਂਦੇ ਆ ਸਾਨੂੰ। ਬੁਲਾਰੇ ਲੋਕ ਨੇ ਸਾਡੇ ਵਰਗੇ, ਬੋਲੀ ਜਾਂਦੇ ਆ, ਇਹਨਾਂ ਨੂੰ ਵੀ ਸੱਟ ਲੈਂਦੇ ਆ। ਇਹਨਾਂ ਤੋਂ ਬਚਣ ਵਾਸਤੇ ਲੋਕ ਜੋਗੀ ਬਣ ਗਏ, ਸਿੱਧ ਬਣ ਗਏ, ਘਰ-ਬਾਰ ਛੱਡ ਗਏ, ਜੰਗਲਾਂ 'ਚ ਚਲੇ ਗਏ, ਪਰ ਢੰਗ ਨਾ ਮਿਲਿਆ। ਜਿੰਨਾ ਚਿਰ ਸਰੀਰ ਲੈ ਕੇ ਤਾਂ ਬਾਹਰ ਚਲੇ ਜਾਂਦੇ, ਸੁਰਤ ਫੇਰ ਇਹ ਸੰਸਾਰ ਦੇ ਵਿਚਾਰਾਂ 'ਚ ਡੁੱਬੀ ਰਹਿੰਦੀ। ਫਿਰ ਨਸ਼ੇ ਕਰਨੇ ਸ਼ੁਰੂ ਕੀਤੇ ਜੋਗੀਆਂ ਨੇ, ਕਿਸੇ ਨੇ ਆਪਣੇ ਜੋਗ ਮਤ ਦੇ ਆਸਣ ਕਰਨੇ ਸ਼ੁਰੂ ਕੀਤੇ, ਪਰ ਕੁਝ ਕੁ ਸਮੇਂ ਬਾਅਦ ਸੁਰਤੀ ਫੇਰ ਭਵ ਸਾਗਰ 'ਚ ਡੁੱਬ ਕੇ ਦੁੱਖ ਭੋਗਦੀ ਰਹਿੰਦੀ। ਗੁਰੂ ਨਾਨਕ ਸਾਹਿਬ ਮਹਾਰਾਜ ਗਏ ਸ਼ਮੇਰ ਪਰਬਤ ਤੇ, ਸਿੱਧਾ ਨਾਲ ਵਿਚਾਰ ਚਰਚਾ ਹੋਈ। ਸਿੱਧਾ ਨੇ ਕਈਆਂ ਨੇ ਤਾਂ ਬੜੇ ਟੇਢੇ ਸਵਾਲ ਕੀਤੇ, ਮਹਾਰਾਜ ਸਾਫ਼ ਦਲੀਲ ਨਾਲ ਜਵਾਬ ਦੇ ਕੇ ਉਹਨਾਂ ਨੂੰ ਕਰਦੇ ਰਹੇ। ਦਲੀਲ ਨਾਲ ਗੱਲ ਕਰਕੇ ਜਵਾਬ ਦੇ ਕੇ ਆਪਣੇ ਪੱਖ 'ਚ ਕਰਦੇ ਰਹੇ। ਇੱਕ ਫਿਰ ਚਰਪਟ ਨਾਂ ਦੇ ਸਿੱਧ ਨੇ ਬੜਾ ਅੱਛਾ ਸਵਾਲ ਕੀਤਾ, ਜਿਹੜਾ ਅੱਜ ਆਪਣਾ ਸਾਰਿਆਂ ਦਾ। ਉਹ ਕਹਿੰਦਾ, ਇਹ ਗੁਰੂ ਨਾਨਕ, ਮੈਨੂੰ ਪਤਾ ਲੱਗ ਗਿਆ ਤੁਹਾਡੀ ਬੋਲਬਾਣੀ ਤੋਂ, ਤੁਹਾਡੇ ਗਿਆਨ ਤੋਂ, ਤੁਹਾਡੀ ਝਾਕਣੀ ਤੋਂ, ਤੁਹਾਡੇ ਸੁਭਾਅ ਤੋਂ ਕਿ ਮੇਰੇ ਸਵਾਲ ਦਾ ਤੁਸੀਂ ਹੱਲ ਕਰ ਸਕਦੇ ਹੋ। ਮਹਾਰਾਜ ਕਹਿੰਦੇ ਦੱਸ। ਉਹ ਕਹਿੰਦਾ ਜੀ ਬਾਕੀ ਤਾਂ ਠੀਕ ਆ,
एक गल की समझ नहीं आती भी आ जी दुनिया ये सागर आ बड़ा डूंगा, ये चो तरना चाहते हैं तरिया नहीं जाता। पहाड़ों से भी आ गए यतन किए, मैनू मेरी गल का सवाल का हल दस दो। बोलिया फिर उत्थे कहना दुनिया दुत्तर दुनिया सागर दुत्तर कही है, क्यों कर पाई है पारो। चरपट बोले उतू नानक देहो सच्चा विचारो। है गुरु नानक आ दुनिया एक ऐसा सागर आ जिहदे चों सुरती बाहर ही नहीं हुंदी। हुण जिन्नी क संगत आप इत्थे महाराज की हजूरी च बैठे आ, सारे आप दे अंदर झाती मार लो जी, निकलदी है सुरती कुछ समा बाहर, बहुत घट बहुत घट। जो स्वै पड़चोल करांगे फिर पता लगू निकलदी है बाहर सुरती कि नहीं निकलदी। इन्ना डूंगा सागर आ, निकलता ही नहीं ध्यान संसार चो। महाराज दसो भी इलाज। गुरु नानक साहब महाराज ने बड़ा फिर सौखा जिहा तरीका दसदा, कहते जैसे जल में कमल नरालम मुरगाई ने साने शब्द सुरत भव सागर तरिए नानक नाम वखाने। और चरपट जी आ संसार दे विच ही रह, इहनूं छड्ड के जंगलां च ना भजो, पहाड़ां ते ना चढ़ो, रहना सिखो इस अग च। जिवें कमल दा फुल पानी च रहना सिखदा, मुरगाबी पानी च रहना सिखदी है, पानी के अंदर ही तरदी है, पानी च भी अपनी खुराक लेंदी है, पानी च उडारी मार देंदी है, खंभ नहीं गिले होण दिंदी। जैसे जल में कमल नरालम मुरगाई में साने शब्द सुरत भव सागर तरिए नानक नाम वखाने। कहते शब्द और सुरती दे राग दे नाल इस दुनिया के सागर तो उच्चा उठोगे नहीं, उठिया नहीं जाना। हुण आपां भी सारे चाहुंदे हां कि साडे मन नूं शांति आवे, साडे मन नूं सुख मिले, साडे विचार रुक जाण। साधन करना पऊगा, नहीं रुकने नहीं। साधन की महाराज ने फिर सानू ज्ञान दिता कि जे तुसी निरंकार नाल जुड़ना चाहुंदे हो, आपदे मूल सच परमात्मा नाल जुड़ना चाहुंदे हो, जे तां किसी आकार दा ध्यान धरोगे तां गुरमत दे लेजे तो दूर हो जाओगे। गुरमत च आकार दी पूजा दी मनाही आपां नूं किसी भी कारण। फिर करिए कि फिर गुरु नानक दे करने ज्ञान दिता, कहते नानक नाम वखाने। आ संसार से सुते पए हो जागो, जदों जागोगे जिन्हों सच मनी बैठे हो सुपना लगना शुरू हो जाऊगा। है तो सुपना ही, जैसा सुपना रहने का तैसा है संसार, पर सुपना आपां मनण नूं तैयार नहीं है। जिवें जो सौ जाते सुपना आता कोई नहीं मनता भी सुपना, जो अख खुलती है फिर पता लगता भी सुपना। महाराज कहते जाग के वेख फिर ये संसार तेनों सुपना मिलगू। महाराज जागिए किवें? महाराज कहते सिखाने आ तेन जागना, क्योंकि अपने इंसान च किसी च पावर नहीं ना है। असी आपदे मन नूं जगा लांगे फिर गुरु की लोड़ पैंदी जगह जगह से सानूं। महाराज कहते तू कल्ला नहीं सुता पिया, ये संसार च असंख लोग जिथे गिणती मुक जाती है सारे ही सुते पे आ। तिही गुणी संसार भरम सुता, सुतिया रहन बिहानी। गुर कृपा ते से जन जागे जिन्ना हर मन वसिया बोलहे अमृत बाणी। महाराज किवें जागीए तां रोज ही पढ़दे हां भी सारा संसार सुता पिया। महाराज कहते फिर दसदे आ सुतड़े असंख गिणती तो बाहर, जिहदे च आपां भी शामिल हो सकते हैं। सुतड़े असंख माया झूठी कारणे, नानक से जा गन जे रसना नाम उचारणे। जदों इस रसना दे नाल अपने मालिक परमात्मा दा असीं नाम सिमरदे हां, नाम उचारदे हां, फिर वो साडे सुते मन नूं जगाउंदा। जदों फिर साडा मन गुरमुख प्यारे जागदा, फिर आ संसार वाकई सानूं सुखदा दिसना शुरू हुंदा।
यही कारण है जिन्हां दे आपां अज दिन मना रहे हैं, उन्होंने अपने मन को जगा लिया। आ संसार का मोह ही टुट गया, कहते सुपना ही है जी, की मोह करना दिन। फिर मोह किहदे नाल कीता? उस अकाल पुरख वाहिगुरू ना जिहड़ा सदा ही आ अविनाशी, सारिया जियां नूं दातां देण वाला अविनाशी, जीवन को दाता सिमरत सब मल खोई। गुण निधान भगतन को बर्तन बिरला पावै कोई, मेरे मन जप गुर गोपाल प्रभ सोई। जाकी शरण पिया सुख पाइए बहुत दुख ना कोई। जे आपां भी चाहुंदे हैं कि साडे जीवन च दुबारे दुख ना आवे, जे असी भी चाहुंदे हैं आ मोह दी फाही बार बार सानू आ जन्म मरण दे चक्कर च लिया रही है, ये संसार दे मोह दी फाही टुटे, तां फिर गुरमुख प्यारिओ सानू उस अकाल पुरख अविनाशी नाल प्यार पाउणा पऊगा। जे तां असीं उहदे नाल प्यार पा लिआ तां उहदे चरनां 'च समा जांगे। जे असीं किसी संसार दी वस्तु नाल प्यार पा लिआ ते फिर इस संसार दे अंदर ही दुबारे फिर आ जाएंगे। ये हुण अपने ते निर्भर आ कि वार वार इत्थे आके असीं दुख भोगणे आ कि ਜਿਹੜੇ ਕਾਰਜ ਵਾਸਤੇ ਸਾਨੂੰ ਸਤਿਗੁਰੂ ਪਾਤਸ਼ਾਹ ਨੇ 84 ਲੱਖ ਜੂਨ ਦੀ ਸਰਦਾਰੀ ਮਨੁੱਖ ਜਨਮਾ ਦਿੱਤਾ, ਅਕਲ ਦੀ ਕਲਾ ਦਿੱਤੀ ਆ, ਉਹਦੇ 'ਚ ਰਹਿ ਕੇ ਅਸੀਂ ਅਕਲ ਦੀ ਕਲਾ ਦੇ ਨਾਲ ਗੁਰੂ ਦੀ ਮੱਤ ਲੈ ਕੇ ਆਪਣੇ ਜੀਵਨ ਦੀ ਯਾਤਰਾ ਸਫਲ ਕਰਨੀ ਹੈ। ਜਿਹਦਾ ਦੱਸਿਆ ਗਿਆ ਆਪਾਂ ਨੂੰ ਬਿਆਨ ਗੁਰਬਾਣੀ 'ਚ ਕਿ ਸਫਲ ਭਈ ਸਫਲ ਯਾਤਰਾ ਆਪ ਨ ਜਾਣ ਰਹੇ ਗੁਰ ਮੇਰਾ ਸਾਧਾ। ਜੇ ਤਾਂ ਗੁਰਮੁਖ ਪਿਆਰਿਓ ਮਨ ਦੀ ਚਾਹੁੰਦੇ ਹੋ ਸ਼ਾਂਤੀ, ਉਹ ਤਾਂ ਆਪਾਂ ਆਪਦੀ ਮਤ ਨਾਲ ਤਾਂ ਹੁਣ ਹੰਭੇ ਪਏ ਆ ਸਾਰੇ। ਜਿੱਥੇ ਆਪਾਂ ਹੁਣ ਪਹੁੰਚੇ ਆ ਨਾ ਜੀ ਸੁੱਖ ਦੀ ਪ੍ਰਾਪਤੀ ਵਾਸਤੇ, ਗੁਰਬਾਣੀ 'ਚ ਤਾਂ 400-500 ਸਾਲ ਪਹਿਲਾਂ ਇਹਨਾਂ ਗੱਲਾਂ ਬਾਰੇ ਆਪਾਂ ਨੂੰ ਸਮਝਾਇਆ ਗਿਆ, ਸਾਰਿਆਂ ਨੂੰ ਸਮਝਾਇਆ ਗਿਆ। ਕਿੱਥੇ ਆਪਣੀ ਖੜੀ ਹੈ ਜੀ ਟੇਕ ਸਾਰਿਆਂ ਦੀ ਕਿ ਸਾਡੇ ਕੋਲੇ ਦੁਨੀਆ ਦਾ ਕਰਮ ਕਰਕੇ ਬਹੁਤ ਸਾਰਾ ਦੁਨੀਆ ਦਾ ਧਨ ਇਕੱਠਾ ਹੋ ਜੇ ਅਸੀਂ ਸੁਖੀ ਹੋ ਸਕਦੇ ਹਾਂ। ਪਹਿਲਾ ਪੁਆਇੰਟ ਆ ਸਾਡੀ ਜ਼ਿੰਦਗੀ ਦਾ ਸਾਰਿਆਂ ਦਾ ਹੋਣਾ, ਸਾਰਿਆਂ ਦਾ, ਕਿ ਸਾਡੇ ਕੋਲੇ ਦੁਨੀਆ ਦਾ ਪੈਸਾ ਇਕੱਠਾ ਹੋ ਜੇ, ਉਹਦੇ ਲਈ ਕਿਰਤ ਵੀ ਕਰਦੇ ਆ, ਵਿੰਗੇ ਟੇਢੇ ਢੰਗ ਵੀ ਬਣਾਉਂਦੇ ਆ, ਠੱਗੀਆਂ ਧੋਖੇ ਸਾਰਾ ਕੁਝ ਕਰਦੇ ਆ। ਕਿੱਥੇ ਖੜੀ ਹੈ ਗੱਲ ਕਿ ਬਹੁਤ ਸਾਰਾ ਇਕੱਠਾ ਕਰਕੇ ਸੁੱਖ ਦੀ ਪ੍ਰਾਪਤੀ ਹੋ ਜੇ। ਉਹ ਸੰਸਾਰ 'ਚ ਅਮੀਰ ਤੋਂ ਅਮੀਰ ਬੰਦਾ ਲੱਭ ਲਿਓ, ਜੇ ਕੋਈ ਸੁਖੀ ਮਿਲ ਜੇ ਧਨ ਦੇ ਨਾਲ, ਦੁਨੀਆ ਦੇ ਨਾਲ। ਮਹਾਰਾਜ ਨੇ ਗੁਰਬਾਣੀ 'ਚ 400-500 ਸਾਲ ਪਹਿਲਾਂ ਇਹ ਸਾਨੂੰ ਦੱਸਿਆ। ਮਹਾਰਾਜ ਜੀ ਕਹਿੰਦੇ ਸੁੱਖ ਨਾਹੀਂ ਬਹੁਤਾ ਧਨ ਖਾਟੇ,